ਕੈਪਟਨ ਅਮਰਿੰਦਰ ਸਿੰਘ ਨੇ ਸ਼ਰੇਆਮ ਝੂਠ ਬੋਲਦਿਆਂ ਇਹ ਗੱਲ ਕਹੀ ਸੀ ਕਿ ਪੰਜਾਬ ਸਰਕਾਰ ਮੱਤੇਵਾੜਾ ਜੰਗਲ ਨੂੰ ਨਹੀਂ ਉਜਾੜ ਰਹੀ। ਪਿੰਡ ਦੀ ਸਾਂਝੀ ਜ਼ਮੀਨ ਹੀ ਇਹ ਲੋਕ ਆਪਸ 'ਚ ਵੰਡ ਕੇ ਤੇ ਉਸ ਤੇ ਖੇਤੀ ਕਰਦੇ ਆ, ਪਰ ਹੁਣ ਸਰਕਾਰ ਦੀ ਅੱਖ ਉਸ ਜ਼ਮੀਨ ਤੇ ਆ। 400-500 ਪੁਲਿਸ ਮੁਲਾਜ਼ਮ ਵੱਡੇ ਅਫਸਰਾਂ ਦੇ ਨਾਲ ਇਸ ਪਿੰਡ ਤੇ ਹਮਲਾ ਕਰਦੇ ਆ ਤੇ ਇਸ ਪਿੰਡ ਦੀ ਇਹਨਾਂ ਕਿਸਾਨਾਂ ਦੀ ਇਸ ਜ਼ਮੀਨ ਨੂੰ ਧੱਕੇ ਨਾਲ ਵਾਹ ਜਾਂਦੇ ਆ, ਖੜੀਆਂ ਫਸਲਾਂ ਵਾਹ ਜਾਂਦੇ ਆ। ਇਹ ਨਾ ਤੇ ਗਰੀਬ ਦੇਖਣਾ ਚਾਹੁੰਦੇ ਆ, ਇੱਥੇ ਦੇ ਅਮੀਰ ਲੋਕਾਂ ਨੂੰ ਇਹ ਵੇਖਣਾ ਚਾਹੁੰਦੇ ਆ। ਅਸੀਂ ਤੇ ਕਿਸਾਨ ਜਥੇਬੰਦੀਆਂ ਨੇ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਸਾਡੀ ਆ ਕੇ ਮਦਦ ਕਰਨ। ਜਿਹੜੀ ਲੁੱਟ ਵਾਸਤੇ ਤੁਸੀਂ ਦਿੱਲੀ ਤੇ ਬੈਠੇ ਹੋ, ਤੁਹਾਡੇ ਤੇ ਪੰਜਾਬ ਦੇ ਵਿੱਚ ਲੁੱਟਾਂ ਹੋ ਰਹੀਆਂ ਆ। ਉਹ ਲੈਂਡ ਮਾਫੀਆ ਹੁਣ ਕਾਂਗਰਸ ਸਰਕਾਰ ਦੇ ਮੋਢਿਆਂ ਤੇ ਚੜ੍ਹ ਕੇ ਇਹਨਾਂ ਗਰੀਬ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰ ਰਿਹਾ। ਪਰ ਜਿੱਥੇ ਦਲਿਤ ਕੋਲ ਜ਼ਮੀਨ ਦੀ ਮਾਲਕੀ ਸੀ ਤੇ ਜਦੋਂ ਉਸ ਤੋਂ ਜ਼ਮੀਨ ਦੀ ਮਾਲਕੀ ਖੋਈ ਜਾ ਰਹੀ ਆ ਤਾਂ ਨਾ ਕੋਈ ਦਲਿਤਾਂ ਦੇ ਨਾਂ ਤੇ ਸਿਆਸਤ ਕਰਨ ਵਾਲਾ, ਨਾ ਕੋਈ ਦਲਿਤਾਂ ਨੂੰ ਸੀਐਮ ਬਣਾਉਣ ਦੀ ਗੱਲ ਕਰਨ ਵਾਲਾ, ਕੋਈ ਵੀ ਲੀਡਰ, ਕੋਈ ਵੀ ਪਾਰਟੀ ਇਸ ਪਿੰਡ ਦੀ ਸਾਰ ਲੈਣ ਲਈ ਨਹੀਂ ਬੋਲ ਰਹੀ। ਕੀ ਸਰਕਾਰ ਦੇ ਲਈ ਇਹ ਲੋਕ ਪੰਜਾਬ ਦੇ ਲੋਕ ਨਹੀਂ? ਕੀ ਇਹ ਲੋਕ ਕੀੜੇ ਮਕੌੜੇ ਨੇ? ਅੱਜ ਇਹ ਸਰਕਾਰ ਨੂੰ ਵੱਡਾ ਸਵਾਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖੜੇ ਆ ਪੰਜਾਬ ਦੇ ਸਨਅਤੀ ਸ਼ਹਿਰ ਵਜੋਂ ਜਾਣੇ ਜਾਂਦੇ ਲੁਧਿਆਣਾ ਦੇ ਬਿਲਕੁਲ ਨਾਲ ਪੈਂਦੇ ਪਿੰਡ ਸੇਖੋਵਾਲ ਵਿੱਚ। ਸੇਖੋਵਾਲ ਪਿਛਲੇ ਸਾਲ ਵੀ ਚਰਚਾ 'ਚ ਆਇਆ ਸੀ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਲੁਧਿਆਣੇ ਦੇ ਨਾਲੋਂ ਲੰਘਦੀ ਸਤਲੁਜ ਦਰਿਆ ਦੇ ਕੰਢੇ ਤੇ ਪੈਂਦੀ ਪੰਜਾਬ ਦੀ ਇੱਕੋ ਇੱਕ ਬਚੀ ਹੋਈ ਰੱਖ ਮੱਤੇਵਾੜਾ ਜੰਗਲ ਨੂੰ ਸਰਕਾਰ ਉਜਾੜਨ ਜਾ ਰਹੀ ਆ। ਇਹ ਮਸਲਾ ਵੱਡੇ ਪੱਧਰ ਤੇ ਮੀਡੀਆ 'ਚ ਚੁੱਕਿਆ ਗਿਆ ਸੀ। ਪੰਜਾਬ ਦੇ ਲੋਕਾਂ ਨੇ ਇਹਦੇ ਖਿਲਾਫ ਆਵਾਜ਼ ਚੁੱਕੀ ਤੇ ਅਖੀਰ ਮਜਬੂਰ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੀ ਸਫਾਈ ਦੇਣੀ ਪਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸ਼ਰੇਆਮ ਝੂਠ ਬੋਲਦਿਆਂ ਇਹ ਗੱਲ ਕਹੀ ਸੀ ਕਿ ਪੰਜਾਬ ਸਰਕਾਰ ਮੱਤੇਵਾੜਾ ਜੰਗਲ ਨੂੰ ਨਹੀਂ ਉਜਾੜ ਰਹੀ, ਪਰ ਜੋ ਤੱਥ ਸੀ, ਜੋ ਜ਼ਮੀਨੀ ਹਕੀਕਤ ਸੀ, ਉਸ ਤੋਂ ਇਹ ਸਪਸ਼ਟ ਸੀ ਕਿ ਮੱਤੇਵਾੜਾ ਜੰਗਲ ਦੀ ਜ਼ਮੀਨ ਅਤੇ ਜੰਗਲ ਦੇ ਨਾਲ ਲੱਗਦੇ 5-6 ਪਿੰਡਾਂ ਦੀ ਜ਼ਮੀਨ ਨੂੰ ਸਰਕਾਰ ਅਕਵਾਇਰ ਕਰਨ ਜਾ ਰਹੀ ਸੀ ਤੇ ਇਹਨਾਂ ਪਿੰਡਾਂ ਦੇ ਵਿੱਚੋਂ ਸਭ ਤੋਂ ਵੱਧ ਜ਼ਮੀਨ ਪਾਉਂਦੀ ਸੀ ਸੇਖੋਵਾਲ ਪਿੰਡ ਦੀ। ਸੇਖੋਵਾਲ ਪਿੰਡ ਬਾਰੇ ਮੈਂ ਤੁਹਾਨੂੰ ਦੱਸਦਾ। ਸੇਖੋਵਾਲ ਪਿੰਡ ਦੇ ਇਹ ਲੋਕ ਅੱਜ ਸਾਡੇ ਨਾਲ ਖੜੇ ਨੇ। ਸੇਖੋਵਾਲ ਪਿੰਡ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਪੈਂਦਾ ਪਿੰਡ ਆ ਤੇ ਇਸ ਪਿੰਡ ਦੀ ਸਾਰੀ ਆਬਾਦੀ ਇਹ ਦਲਿਤ ਆਬਾਦੀ ਆ ਤੇ ਦਲਿਤ ਆਬਾਦੀ ਦੇ ਕੋਲ, ਇਹ ਸਾਰੇ ਪਿੰਡ ਦੀ ਆਬਾਦੀ ਦੇ ਕੋਲ ਆਪਣੀ ਕੋਈ ਜ਼ਮੀਨ ਨਹੀਂ ਆ। ਪਿੰਡ ਦੀ ਸਾਂਝੀ ਜ਼ਮੀਨ ਹੀ ਇਹ ਲੋਕ ਆਪਸ 'ਚ ਵੰਡ ਕੇ ਤੇ ਉਸ ਤੇ ਖੇਤੀ ਕਰਦੇ ਆ, ਪਰ ਹੁਣ ਸਰਕਾਰ ਦੀ ਅੱਖ ਉਸ ਜ਼ਮੀਨ ਤੇ ਆ। ਸਰਕਾਰ ਦੇ ਵੱਡੇ ਸਰਮਾਏਦਾਰ ਲੋਕਾਂ ਦੀ ਅੱਖ ਉਸ ਜ਼ਮੀਨ ਤੇ ਆ ਤੇ ਜਦੋਂ ਸਰਕਾਰ ਇਸ ਜ਼ਮੀਨ ਨੂੰ ਪਿਛਲੀ ਵਾਰ ਅਕਵਾਇਰ ਕਰਨ ਲੱਗੀ ਸੀ ਤਾਂ ਲੋਕਾਂ ਦੀ ਉੱਠੀ ਆਵਾਜ਼ ਦੇ ਚੱਲਦਿਆਂ ਤੇ ਪਿੰਡ ਦੇ ਵਿਰੋਧ ਦੇ ਚੱਲਦਿਆਂ ਉਹ ਐਕੁਇਜ਼ੀਸ਼ਨ ਰੁਕ ਗਈ ਸੀ। ਪਰ ਹੁਣ ਜਦੋਂ ਕਰੋਨਾ ਦਾ ਰੌਲਾ ਪਿਆ ਹੋਇਆ, ਲੋਕ ਘਰਾਂ 'ਚ ਬੰਦ ਕੀਤੇ ਹੋਏ ਨੇ, ਤਾਂ ਸਰਕਾਰ ਨੇ ਫੇਰ ਚੁੱਪ ਚਪੀਤੇ ਕਾਰਵਾਈ ਕਰਦਿਆਂ ਜਿਸ ਖੇਤ 'ਚ ਅਸੀਂ ਖੜੇ ਆ, ਮੈਂ ਆਪਣੇ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਕਿ ਉਹ ਇਸ ਖੇਤ ਨੂੰ ਦਿਖਾਉਣ ਕਿ ਇਸ ਖੇਤ ਦੇ ਵਿੱਚ ਜਿੱਥੇ ਅਸੀਂ ਖੜੇ ਆ, ਇੱਥੇ ਚਾਰਾ ਇਹਨਾਂ ਕਿਸਾਨਾਂ ਨੇ ਬੀਜਿਆ ਹੋਇਆ ਸੀ। ਪਰ ਪਰਸੋਂ ਪੰਜਾਬ ਸਰਕਾਰ ਦੀ ਵੱਡੀ ਧਾੜ ਚੜ੍ਹ ਕੇ ਇਸ ਪਿੰਡ ਤੇ ਆਉਂਦੀ ਆ। 400-500 ਪੁਲਿਸ ਮੁਲਾਜ਼ਮ ਵੱਡੇ ਅਫਸਰਾਂ ਦੇ ਨਾਲ ਇਸ ਪਿੰਡ ਤੇ ਹਮਲਾ ਕਰਦੇ ਆ ਤੇ ਇਸ ਪਿੰਡ ਦੀ ਇਹਨਾਂ ਕਿਸਾਨਾਂ ਦੀ ਇਸ ਜ਼ਮੀਨ ਨੂੰ ਧੱਕੇ ਨਾਲ ਵਾਹ ਜਾਂਦੇ ਆ, ਖੜੀਆਂ ਫਸਲਾਂ ਵਾਹ ਜਾਂਦੇ ਆ। ਇਹਨਾਂ ਕਿਸਾਨਾਂ ਦਾ 50 ਕਿੱਲੇ ਦੇ ਕਰੀਬ ਚਾਰੇ ਦਾ ਰਕਬਾ ਤੇ ਕਈ ਕਿੱਲਿਆਂ ਦੀ ਪਨੀਰੀ, ਜਿੱਥੇ ਕਿ ਵੱਡਾ ਖਰਚਾ ਇਹਨਾਂ ਕਿਸਾਨਾਂ ਨੇ, ਇਹਨਾਂ ਗਰੀਬ ਕਿਸਾਨਾਂ ਨੇ ਕੀਤਾ ਹੋਇਆ ਸੀ, ਉਹ ਸਰਕਾਰ ਧੱਕੇ ਨਾਲ ਵਾਹ ਗਈ ਆ। ਤੇ ਹੁਣ ਸਰਕਾਰ ਦਾ ਇਹ ਕਹਿਣਾ ਆ ਕਿ ਅਸੀਂ ਇਸ ਜ਼ਮੀਨ ਨੂੰ ਵੱਡੇ ਸਰਮਾਏਦਾਰਾਂ ਨੂੰ ਇੱਥੇ ਕਾਬਜ਼ ਕਰਾਂਗੇ, ਇੱਥੇ ਅਸੀਂ ਵੱਡੀਆਂ ਫੈਕਟਰੀਆਂ ਲਾਵਾਂਗੇ। ਪਰ ਉਹ ਫੈਕਟਰੀਆਂ ਕਿਸ ਚੀਜ਼ ਤੇ ਲੱਗਣਗੀਆਂ? ਉਹ ਇਸ ਜ਼ਮੀਨ ਤੇ ਨਹੀਂ, ਉਹ ਇਹਨਾਂ ਲੋਕਾਂ ਦੇ ਬੱਚਿਆਂ ਦੇ ਭਵਿੱਖ ਤੇ, ਇਹਨਾਂ ਲੋਕਾਂ ਦੇ ਬੱਚਿਆਂ ਦੇ ਭਵਿੱਖ ਦੀਆਂ ਕਬਰਾਂ ਤੇ ਉਹ ਫੈਕਟਰੀਆਂ ਲੱਗਣਗੀਆਂ। ਤੇ ਇਹ ਲੋਕ ਜਦੋਂ ਇੱਥੇ ਹਲ ਚੱਲ ਰਹੇ ਸੀ ਸਰਕਾਰੀ, ਤਾਂ ਇਹਨਾਂ ਲੋਕਾਂ ਦੇ ਉਹ ਹਲ ਇਹਨਾਂ ਲੋਕਾਂ ਦੇ ਸੀਨਿਆਂ ਤੇ ਚੱਲ ਰਹੇ ਸੀ। ਤੇ ਅੱਜ ਅਸੀਂ ਇਹਨਾਂ ਲੋਕਾਂ ਕੋਲ ਪਹੁੰਚੇ ਹਾਂ, ਸੇਖੋਵਾਲ ਪਿੰਡ ਦੇ ਇਹਨਾਂ ਗਰੀਬ ਕਿਸਾਨਾਂ ਕੋਲ ਪਹੁੰਚੇ ਹਾਂ। ਇਹਨਾਂ ਤੋਂ ਇਹਨਾਂ ਦਾ ਦਰਦ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਇਹਨਾਂ ਦੇ ਦਰਦ ਦੀ ਤੁਹਾਡੇ ਨਾਲ ਸਾਂਝ ਪਵਾਵਾਂਗੇ ਤਾਂ ਕਿ ਤੁਸੀਂ ਲੋਕ ਇਹਨਾਂ ਦੇ ਲਈ ਹਾਂ ਦਾ ਨਾਅਰਾ ਮਾਰ ਸਕੋ।
ਤੁਸੀਂ ਲੋਕ ਸਰਕਾਰ ਦੇ ਬੋਲੇ ਕੰਨਾਂ ਤੱਕ ਇਹਨਾਂ ਲੋਕਾਂ ਦੀ ਆਵਾਜ਼ ਪਹੁੰਚਾ ਸਕੋ। ਤੇ ਮੈਂ ਹੁਣ ਸਭ ਤੋਂ ਪਹਿਲਾਂ ਤੁਸੀਂ ਸੇਖੋਵਾਲ ਪਿੰਡ ਦੇ ਵਸਨੀਕ ਹੋ, ਤੁਹਾਡੀ ਜ਼ਮੀਨ ਤੇ ਸਰਕਾਰ ਨੇ ਧੱਕੇ ਨਾਲ ਕਬਜ਼ਾ ਕੀਤਾ ਤੁਸੀਂ ਕਹਿੰਦੇ ਹੋ, ਇਹ ਕੀ ਮਸਲਾ ਆ, ਕੀ ਵਾਪਰਿਆ ਜਦੋਂ ਪਿਛਲੇ ਸਾਲ ਇੱਕ ਵਾਰ ਇਹ ਕਾਰਵਾਈ ਸਰਕਾਰ ਦੀ ਰੁਕ ਗਈ ਸੀ, ਫਿਰ ਇੱਕਦਮ ਕਿਵੇਂ ਸਰਕਾਰ ਆਉਂਦੀ ਆ ਤੇ ਪੁਲਿਸ ਦੀ ਧਾੜ ਆਉਂਦੀ ਆ ਤੇ ਤੁਹਾਡੀਆਂ ਜ਼ਮੀਨਾਂ ਨੂੰ ਵਾਹ ਜਾਂਦੀ ਆ, ਇਹ ਕਿਵੇਂ ਵਾਪਰਿਆ? ਇਹ ਵਾਪਰਿਆ ਇਦਾਂ ਹੀ ਆ ਜੀ, ਇਹ ਨਾ ਤੇ ਗਰੀਬ ਦੇਖਣਾ ਚਾਹੁੰਦੇ ਆ, ਇੱਥੇ ਦੇ ਅਮੀਰ ਲੋਕਾਂ ਨੂੰ ਇਹ ਵੇਖਣਾ ਚਾਹੁੰਦੇ ਆ। ਅਸੀਂ ਪਿਛਲੇ ਆਪਣੇ 88 ਤੋਂ ਲੱਗ ਕੇ ਅਸੀਂ ਮੁਸਲਮਾਨੀ ਜ਼ਮੀਨ ਸੀ, ਇਹ ਬੰਜਰ ਪਈ, ਮੁਸਲਮਾਨੀ ਜ਼ਮੀਨ ਬੰਜਰ ਪਈ ਸੀ। ਅਸੀਂ ਆ ਕੇ ਅਸੀਂ 62-63 ਦੇ ਵਿੱਚ ਆ ਕੇ ਇਹ ਆਬਾਦ ਕੀਤੀ। ਆਬਾਦ ਕਰਨ ਤੋਂ ਬਾਅਦ ਇਸ ਸਰਕਾਰਾਂ ਨੇ ਹੀ ਸਾਡੇ ਉੱਤੇ ਹਮਲਾ ਕੀਤਾ, ਇੱਥੇ ਇੱਕ ਆਲੂ ਬੀਜ ਫਾਰਮ ਲੈਣ ਦਾ। ਅਸੀਂ ਆਲੂ ਬੀਜ ਫਾਰਮ ਦੇ ਨਾਲ ਝਗੜਾ ਹੁਣ ਤੱਕ ਲੜਦੇ ਆਏ, ਜਾ ਕੇ 14 ਘੱਟੋ ਘੱਟ ਅਸੀਂ 8-9 ਕੇਸਾਂ ਦੇ ਵਿੱਚ DDPO ਤੋਂ ਲੱਗ ਕੇ ਤੇ ਅਸੀਂ ਸੁਪਰੀਮ ਕੋਰਟ ਤੋਂ, ਫਿਰ ਸੁਪਰੀਮ ਕੋਰਟ ਤੋਂ ਮੁੜ ਕੇ ਕੇਸ ਫਿਰ ਹਾਈ ਕੋਰਟ ਤੱਕ ਚੱਲ ਗਿਆ। ਹਾਈ ਕੋਰਟ ਤੋਂ 2014 ਦੇ ਵਿੱਚ ਅਸੀਂ ਜ਼ਮੀਨ ਤੇ ਕਾਬਜ਼ ਹੋਏ, ਅਸੀਂ ਵਾਹੁਣ ਲੱਗੇ। ਤਕਰੀਬਨ ਅਸੀਂ 30-32 ਸਾਲ ਇਹਨਾਂ ਨਾਲ ਕੇਸ ਲੜ ਕੇ 14 ਦੇ ਵਿੱਚ ਆ ਕੇ ਜ਼ਮੀਨ ਅਸੀਂ ਵਾਹੁਣ ਲੱਗੇ। ਫਿਰ ਦੁਬਾਰੇ ਯਾਨੀ ਆਬਾਦਤ ਅਸੀਂ ਕੀਤੀ ਸੀ, ਯਾਨੀ ਇਹ ਰੌਲੇ ਗੋਲੇ ਦੇ ਵਿੱਚ ਹੀ ਰਹੀ ਆ, ਜ਼ਮੀਨ ਆਬਾਦਾਂ ਵਿੱਚ ਹੀ ਰਹੀ ਆ। ਪਰ ਅਸੀਂ ਮਜ਼ਦੂਰ ਕਿਸਮ ਦੇ ਬੰਦੇ ਸੀ ਵੀ ਜੇ ਸਾਡੇ ਉਦੋਂ ਵੀ ਅਸੀਂ ਆਬਾਦ ਕੀਤੀ ਸੀ ਜ਼ਮੀਨ ਤੇ ਕਬਜ਼ਾ ਇਹਨਾਂ ਨੇ ਕਰ ਲਿਆ। ਅਸੀਂ 30-32 ਯਾਨੀ ਸਾਲ ਅਸੀਂ ਵਾਂਝੇ ਰਹੇ ਇਸ ਜ਼ਮੀਨ ਤੋਂ। ਉਲਟਾ ਦਿਹਾੜੀ ਦੱਪਾ ਕਰਕੇ ਅਸੀਂ ਕਿਤੇੋਂ ਵੀ ਲਿਆ ਕੇ ਅਸੀਂ ਇੰਨੀ ਦੂਰ ਦਿੱਲੀ ਤੱਕ ਕੇਸ ਲੜੇ ਤੇ ਆਪਣੀ ਇਸ ਪੰਚਾਇਤ ਮਹਿਕਮੇ ਦਾ ਇੱਕ ਪੈਸਾ ਨਹੀਂ ਲੱਗਿਆ। ਤੇ ਅਸੀਂ ਆਬਾਦ ਹੋਏ ਆ 14 ਤੋਂ, 14 ਦੇ ਵਿੱਚ ਅਸੀਂ ਵਾਹੁਣ ਲੱਗ ਗਏ। ਅਸੀਂ 2020 ਤੱਕ ਇਹਨਾਂ ਨੇ ਕਹਿਤਾ ਜੀ ਇਹ ਜ਼ਮੀਨ ਸਾਨੂੰ ਇੰਡਸਟਰੀ ਵਾਸਤੇ ਚਾਹੀਦੀ ਹੈ। ਪਰ ਅਸੀਂ ਰੌਲਾ ਪਿਛਲੇ ਸਾਲ ਪੈਣ ਤੋਂ ਬਾਅਦ ਕੁਛ ਠੰਡੇ ਹੋ ਗਏ। ਠੰਡੇ ਹੋਣ ਤੋਂ ਬਾਅਦ ਅੱਜ ਚਾਨ ਚੱਕੀ ਆ ਕੇ ਸਾਡੇ ਉੱਤੇ ਇਹ ਹਮਲਾ ਕਰਤਾ ਜੀ। ਜ਼ਮੀਨ ਦੇ ਅਸੀਂ ਪੈਸੇ ਤੇ ਪੰਚਾਇਤ ਨੂੰ ਦੇ ਚੁੱਕੇ ਹਾਂ ਤੇ ਸਾਨੂੰ ਵੀ ਇਹ ਜ਼ਮੀਨ ਸਾਡੀ ਆ, ਪਰ ਸਾਡੀ ਜ਼ਮੀਨ ਤੇ ਪੈਸੇ ਪੰਚਾਇਤ ਨੂੰ ਦੇ ਚੁੱਕੀ ਆ। ਜਿਹੜੇ ਗਰੀਬ ਕਿਸਾਨਾਂ ਨੇ, ਮਜ਼ਦੂਰ ਸੀ ਅਸੀਂ ਤੇ ਪਹਿਲੋਂ ਕਿਸਾਨ ਤੇ ਹੁਣ ਬਣੇ ਅਸੀਂ ਆ ਕੇ, ਗਰੀਬ ਮਜ਼ਦੂਰਾਂ ਨੇ ਕੇਸ ਲਾ ਕੇ ਲੜ ਕੇ ਫਿਰ ਤੁਹਾਨੂੰ ਪੰਚਾਇਤ ਮਹਿਕਮੇ ਨੇ ਜ਼ਮੀਨ ਬਣਾ ਕੇ ਦਿੱਤੀ ਹੈ। ਤੇ ਜ਼ਮੀਨ ਪੰਚਾਇਤ ਮਹਿਕਮੇ ਨੇ, ਪੈਸੇ ਤੁਸੀਂ ਪੰਚਾਇਤ ਮਹਿਕਮੇ, ਇਹਨਾਂ ਗਰੀਬ ਬੰਦਿਆਂ ਨੂੰ ਕੀ ਦਿੱਤਾ ਤੁਸੀਂ? ਇਹਨਾਂ ਜਿਹੜਾ ਦੀ ਇੱਥੇ ਰੋਜੀ ਰੋਟੀ ਚੱਲਦੀ ਸੀ, ਅੱਜ ਪੰਚਾਇਤ ਦੇ ਖਾਤੇ ਵਿੱਚ ਤੁਸੀਂ ਪੈਸੇ ਜਮ੍ਹਾਂ ਕਰਾਤੇ। ਪੈਸੇ ਸਾਡੇ ਕਿਸ ਕੰਮ ਆ? ਉਹ ਤਾਂ ਰਹਿਣਾ ਹੀ ਪੰਚਾਇਤ ਦੇ ਖਾਤੇ ਦੇ ਵਿੱਚ ਆ। ਸਾਨੂੰ ਉਹਦਾ ਕੀ ਸਹੂਲਤ ਆ? ਸਾਨੂੰ ਉਹਦੀ ਕੋਈ ਸਹੂਲਤ ਨਹੀਂ। ਸਾਨੂੰ ਤੇ ਇੱਕ ਪੈਸਾ ਵੀ ਨਹੀਂਗਾ ਉਹਦੇ ਵਿੱਚੋਂ, ਨਾ ਪੰਚਾਇਤ ਕਹਿੰਦੀ ਹੈ ਤੇ ਨਾ ਸਰਕਾਰੀ ਕਹਿੰਦੀ ਵੀ ਤੁਸੀਂ ਲੈ ਹੀ ਨਹੀਂ ਸਕਦੇ। ਤੇ ਅਸੀਂ ਜਿਹੜੇ ਮੰਗਣ ਦੇ ਕਦਾਰ ਦੇ ਉੱਤੇ ਆ ਕੇ ਖੜ ਗਏ ਆ ਕੇ ਵੀ ਉਹ ਸਾਡਾ ਭਵਿੱਖ, ਸਾਡੇ ਬੱਚਿਆਂ ਦਾ ਭਵਿੱਖ, ਸਾਡੀ ਸਾਰੀ ਜਵਾਨੀ ਲੰਘੀ ਇੱਥੇ, ਬੁੱਢੇ ਹੋ ਗਏ ਇੱਥੇ, ਸਾਡਾ ਬਚਪਨ ਵੀ ਇਸੇ ਜ਼ਮੀਨ ਦੀ ਲੜਾਈ ਦੇ ਵਿੱਚ ਲੰਘਿਆ ਤੇ ਜਵਾਨੀ ਵੀ ਇਹਦੇ ਵਿੱਚ ਲੰਘੀ, ਬੁਢਾਪਾ ਆ ਗਿਆ, ਗਾਂ ਸਾਡੇ ਬੱਚਿਆਂ ਦਾ ਵੀ ਬਚਪਨ ਹੁਣ ਪਤਾ ਨਹੀਂ ਕਿਸ ਹਾਲਤ ਨਾਲ ਲੰਘੂਗਾ। ਤੇ ਤੁਸੀਂ ਇਹ ਗੱਲ ਕਰ ਰਹੇ ਹੋ, ਮਤਲਬ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਕਿਸਾਨ ਇੱਕ ਏਡਾ ਵੱਡਾ ਸੰਘਰਸ਼ ਲੜ ਰਹੇ ਆ, ਦਿੱਲੀ ਦੀਆਂ ਹੱਦਾਂ ਤੇ ਬੈਠੇ ਆ ਲੰਮੇ ਸਮੇਂ ਤੋਂ ਵੀ ਸਾਡੀਆਂ ਜ਼ਮੀਨਾਂ ਦੇ ਉੱਤੇ ਆ ਕੇ ਕਾਰਪੋਰੇਟ ਘਰਾਣੇ ਕਾਬਜ਼ ਹੋ ਜਾਣਗੇ। ਮੋਦੀ ਸਰਕਾਰ ਕਾਨੂੰਨ ਲੈ ਆਈ ਆ ਜਿਹੜੇ ਕਿ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਦਾ ਕਬਜ਼ਾ ਦੇ ਦੇਣਗੇ। ਪਰ ਇੱਥੇ ਤਾਂ ਕੈਪਟਨ ਦੀ ਸਰਕਾਰ ਆ ਤੇ ਕੈਪਟਨ ਦੀ ਸਰਕਾਰ ਇਹ ਤੁਹਾਡੇ ਨਾਲ ਜੋ ਵਾਪਰਿਆ ਕਿ ਸ਼ਰੇਆਮ ਤੁਹਾਡੀ ਜ਼ਮੀਨ ਦਾ ਕਬਜ਼ਾ ਹੁਣ ਕਾਰਪੋਰੇਟਾਂ ਨੂੰ ਦਵਾ ਰਹੇ ਆ ਕਿ ਜਿੱਥੇ ਦਾ ਉਹ ਕਾਨੂੰਨ ਲਾਗੂ ਵੀ ਨਾ ਕੈਪਟਨ ਕਹਿੰਦਾ ਅਸੀਂ ਕਰਨੇ ਆ, ਪਰ ਫਿਰ ਤੁਹਾਡੇ ਨਾਲ ਕੀ ਬੀਤ ਰਹੀ ਆ? ਤੁਸੀਂ ਲੋਕਾਂ ਨੂੰ ਦੱਸੋ ਵੀ ਸਾਡੀਆਂ ਜ਼ਮੀਨਾਂ ਤੇ ਬਿਨਾਂ ਕਾਨੂੰਨਾਂ ਤੋਂ ਹੀ ਕਾਰਪੋਰੇਟਾਂ ਦਾ ਕਬਜ਼ਾ ਹੋ ਰਿਹਾ। ਅਸੀਂ ਤੇ ਕਿਸਾਨ ਜਥੇਬੰਦੀਆਂ ਨੂੰ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਸਾਡੀ ਆ ਕੇ ਮਦਦ ਕਰਨ, ਵੀ ਅਸੀਂ ਜਿੱਥੇ ਤੁਸੀਂ ਕਹਿੰਦੇ ਮੋਦੀ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਦਿੰਦਾ, ਇੱਥੇ ਤੇ ਬਿਨਾਂ, ਇੱਥੇ ਪੰਜਾਬ ਦੇ ਕਾਰਪੋਰੇਟ ਘਰਾਣੇ ਬਣੇ ਫਿਰਦੇ ਆ। ਪਰ ਇਹ ਸਾਡੀ ਆ ਕੇ ਇਹ ਬੇਨਤੀ ਆ ਕਿਸਾਨਾਂ ਨੂੰ ਵੀ ਤੇ ਸਰਕਾਰ ਨੂੰ ਵੀ ਬੇਨਤੀ ਆ ਵੀ ਸਰਕਾਰ ਸਾਡੇ ਨਾਲ ਧੱਕਾ ਨਾ ਕਰੇ। ਅਸੀਂ 65 ਤੋਂ 70 ਪਰਿਵਾਰ ਰਹਿ ਰਹੇ ਹਾਂ, ਇੰਨੀ ਮੁਸ਼ਕਿਲ ਨਾਲ ਅਸੀਂ ਜ਼ਮੀਨ ਆਬਾਦ ਕੀਤੀ ਆ, ਫਿਰ ਅਸੀਂ ਇਹਦੇ ਉੱਤੇ ਹੁਣ ਰੋਟੀ ਖਾਣ ਲੱਗੇ ਹਾਂ ਤੇ ਹੁਣ ਸਾਨੂੰ ਫਿਰ ਉਜਾੜਿਆ ਜਾ ਰਿਹਾ। ਸਰਕਾਰ ਅੱਗੇ ਵੀ ਬੇਨਤੀ ਆ ਤੇ ਕਿਸਾਨ ਮੋਰਚੇ ਦੇ ਸੰਯੁਕਤ ਮੋਰਚੇ ਅੱਗੇ ਵੀ ਬੇਨਤੀ ਆ ਵੀ ਸਾਡੀ ਆ ਕੇ ਇਹ ਬੇਨਤੀ ਨੂੰ ਪ੍ਰਵਾਨ ਕਰਨ, ਸਾਡੀ ਮਦਦ ਕਰਨ। ਕਿਸਾਨ ਜਥੇਬੰਦੀਆਂ ਵਿੱਚੋਂ ਕਿਸੇ ਦਾ ਤੁਹਾਨੂੰ ਸੁਨੇਹਾ ਆਇਆ? ਕਿਉਂਕਿ ਕੱਲ ਪਰਸੋਂ ਦੀਆਂ ਅਖਬਾਰਾਂ 'ਚ ਖਬਰਾਂ ਲੱਗ ਰਹੀਆਂ ਨੇ ਵੀ ਇਹ ਜ਼ਮੀਨ ਤੇ ਇੱਦਾਂ ਪੁਲਿਸ ਨੇ ਜਾਂ ਸਰਕਾਰ ਨੇ ਕਬਜ਼ਾ ਕਰ ਲਿਆ, ਤੁਹਾਡੇ ਤੱਕ ਕੋਈ ਮਦਦ ਪਹੁੰਚੀ?
ਨਹੀਂ ਜੀ, ਕਿਸਾਨ ਜਥੇਬੰਦੀ ਵੱਲੋਂ ਸਾਨੂੰ ਤੇ ਕੋਈ ਆਇਆ ਨਹੀਂ ਸੁਨੇਹਾ, ਅਜੇ ਤੱਕ ਕੋਈ ਨਹੀਂ ਆਇਆ। ਤੇ ਤੁਸੀਂ ਕਿਸੇ ਕਿਸਾਨ ਜਥੇਬੰਦੀ ਤੱਕ ਅਪਰੋਚ ਕੀਤੀ ਕਿ ਸਾਡੇ ਨਾਲ ਖੜੋ? ਨਹੀਂ ਜੀ, ਸਾਨੂੰ ਤੇ ਇਹਦੇ ਉੱਤੋਂ ਹੀ ਟਾਈਮ ਮਿਲਿਆ ਕਿ 21 ਤਰੀਕ ਨੂੰ ਸਾਡੀ ਇਹ ਜ਼ਮੀਨ ਵਾਹੀ ਗਈ। ਕੱਲ ਨੂੰ ਅਸੀਂ ਉਹਦੇ ਉੱਤੇ ਕੁਝ ਕੇਸ ਦਾਇਰ ਕੀਤੇ ਸੀ। ਹਾਂਜੀ, ਕਾਮਰੇਡ ਲਛਮਣ ਸਿੰਘ ਨੂੰ ਦੱਸਿਆ ਸੀ ਅਸੀਂ, ਤੇ ਉਹ ਜਥੇਬੰਦੀ ਨਾਲ ਸੰਯੁਕਤ ਮੋਰਚੇ ਨਾਲ ਮਤਲਬ ਰਿਲੇਸ਼ਨ ਹੈਗੇ ਉਹਨਾਂ ਦੇ। ਕਾਮਰੇਡ ਲਛਮਣ ਸਿੰਘ ਨੂੰ ਕਿਹਾ ਸੀ, ਤੇ ਉਹ ਕਹਿੰਦੇ ਸੀ ਅਸੀਂ ਜ਼ਰੂਰ ਤੁਹਾਡੇ ਪਿੰਡ ਆਵਾਂਗੇ, ਕਰਾਂਗੇ ਗੱਲ। ਤੇ ਬਾਕੀ ਹੋਰ ਸੀਨੀਅਰ ਕਿਸੇ ਲੀਡਰ ਨਾਲ ਗੱਲ ਨਹੀਂ ਹੋਈ ਸਾਡੀ। ਮਤਲਬ ਸੁਨੇਹਾ ਪਹੁੰਚ ਗਿਆ ਉਹਨਾਂ ਤੱਕ। ਤੇ ਅਸੀਂ ਕਹਿੰਦੇ ਵੀ ਸਾਡੀ ਜਲਦੀ ਤੋਂ ਜਲਦੀ ਆ ਕੇ ਇਹ ਬੇਨਤੀ ਸੁਣਨ ਕਿਸਾਨ ਜਥੇਬੰਦੀ। ਤੇ ਜਿਹੜੀ ਲੁੱਟ ਵਾਸਤੇ ਤੁਸੀਂ ਦਿੱਲੀ ਤੇ ਬੈਠੇ ਹੋ, ਤੁਹਾਡੇ ਤੇ ਪੰਜਾਬ ਦੇ ਵਿੱਚ ਲੁੱਟਾਂ ਹੋ ਰਹੀਆਂ ਆ। ਇਹ 416 ਕਿੱਲਿਆਂ ਦਾ ਵਿੱਚ ਅਸੀਂ ਜਿਹੜੇ 70 ਪਰਿਵਾਰ ਅਸੀਂ ਰੋਜੀ ਰੋਟੀ ਕਮਾ ਰਹੇ ਸੀ, ਇਹ ਅੱਜ 470 ਪਰਿਵਾਰ ਵਾਂਝੇ ਕਰਤੇ ਜ਼ਮੀਨ ਤੋਂ, ਤੇ ਜਾਣੀ ਰੋਟੀ ਤੋਂ ਵੀ ਵਾਂਝੇ ਕਰਤੇ। ਤੇ ਸਾਨੂੰ ਫਿਰ ਹੁਣ ਇਹ ਕਿਸੇ ਦੀ ਦਿਹਾੜੀ ਕਰਨ ਨੂੰ, ਤੇ ਜਾਂ ਸਾਨੂੰ ਕਿਤੇ ਫੈਕਟਰੀ ਦੇ ਵਿੱਚ ਮਜ਼ਦੂਰੀ ਕਰਨ ਵਾਸਤੇ ਸਾਨੂੰ ਮਜਬੂਰ ਕਰ ਦਿੱਤਾ ਇਹਨਾਂ ਨੇ। ਇਹ ਤੁਸੀਂ ਦੇਖੋ, ਚੰਗੇ ਸਰਦਾਰ ਸਾਰੇ ਇਹ ਪਰਿਵਾਰ ਨੇ, ਸਿੱਖੀ ਸਾਂਭੀ ਹੋਈ ਆ ਸਾਰੇ ਪਰਿਵਾਰਾਂ ਨੇ, ਤੇ ਇਹ ਇੱਥੇ ਆ ਕੇ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ। ਆਪਣੀ ਲਹੂ ਪਸੀਨੇ ਦੀ ਉਹਨਾਂ ਦੀ ਇਹ ਕਮਾਈ ਆ। ਇਹ ਦੱਸਦੇ ਆ ਕਿ ਸਾਡੀ ਇੱਕ ਪੀੜ੍ਹੀ ਪਹਿਲਾਂ ਅਦਾਲਤਾਂ ਦੇ ਕੇਸ ਲੜਦੀ ਲੰਘੀ। ਹੁਣ ਜਦੋਂ ਅਦਾਲਤ ਵੱਲੋਂ ਇਹਨਾਂ ਨੂੰ ਇਸ ਜ਼ਮੀਨ ਦਾ ਹੱਕ ਮਿਲਿਆ ਸੀ 2014 'ਚ, ਹਾਈ ਕੋਰਟ ਨੇ ਫੈਸਲਾ ਸੁਣਾਤਾ ਸੀ ਕਿ ਇਸ ਜ਼ਮੀਨ ਦੇ ਮਾਲਕ, ਇਸ ਜ਼ਮੀਨ ਨੂੰ ਵਾਹੁਣ ਵਾਲੇ ਲੋਕ ਨੇ। ਤੇ ਉਸ ਤੋਂ ਬਾਅਦ ਹੁਣ 5 ਸਾਲ ਨਹੀਂ ਟੱਪੇ ਕਿ ਜਿਹੜੇ ਇੱਥੋਂ ਦੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਦੀ ਸਰਕਾਰ ਨਾਲ ਮਿਲੀ ਭੁਗਤ ਆ, ਬਲਕਿ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਲੈਂਡ ਮਾਫੀਆ, ਜਿਹੜੇ ਮਾਫੀਆ ਦੀ ਗੱਲ ਕਰਕੇ ਕਾਂਗਰਸ ਸਰਕਾਰ ਸੱਤਾ 'ਚ ਆਈ ਸੀ, ਉਹ ਲੈਂਡ ਮਾਫੀਆ ਹੁਣ ਕਾਂਗਰਸ ਸਰਕਾਰ ਦੇ ਮੋਢਿਆਂ ਤੇ ਚੜ੍ਹ ਕੇ ਤੇ ਇਹਨਾਂ ਗਰੀਬ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰ ਰਿਹਾ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਜ਼ਮੀਨ ਤੇ ਇਹ ਕਬਜ਼ਾ ਹੋਇਆ, ਕੈਪਟਨ ਸਰਕਾਰ ਕਹਿੰਦੀ ਆ ਕਿ ਇਸ ਜ਼ਮੀਨ ਦੇ ਉੱਤੇ ਇੰਡਸਟਰੀ ਲਾਉਣੀ ਆ। ਸਭ ਤੋਂ ਪਹਿਲਾ ਮਸਲਾ ਕਿ ਇੱਥੇ ਜਿੱਥੇ ਅਸੀਂ ਖੜੇ ਆ, ਇਹ ਸਾਡੇ, ਮੇਰਾ ਜਿਹੜਾ ਹੱਥ ਤੁਸੀਂ ਦੇਖ ਰਹੇ ਹੋ ਖੱਬਾ ਹੱਥ, ਇਹ ਸਾਰੇ ਪਾਸੇ ਮੱਤੇਵਾੜਾ ਜੰਗਲ, ਬਿਲਕੁਲ ਉਹ ਰੁੱਖਾਂ ਦੇ ਪਿੱਛੇ ਮੱਤੇਵਾੜਾ ਜੰਗਲ ਆ। ਤੇ ਇੱਧਰ ਰੁੱਖਾਂ ਦੇ ਬਿਲਕੁਲ ਇੱਥੋਂ ਅਸੀਂ ਕਹਿ ਸਕਦੇ ਹਾਂ 150 ਮੀਟਰ ਦੀ ਵਿੱਥ ਤੇ ਇੱਥੇ ਨਾਲ ਸਤਲੁਜ ਦਰਿਆ ਆ। ਤੇ 150 ਮੀਟਰ ਦੀ ਵਿੱਥ ਤੇ ਸਤਲੁਜ ਦਰਿਆ ਆ, 150 ਮੀਟਰ ਦੀ ਵਿੱਥ ਤੇ ਇੱਥੇ ਨਾਲ ਖੇਤਾਂ ਦੇ ਬਿਲਕੁਲ ਨਾਲ ਲੱਗਦਾ ਮੱਤੇਵਾੜਾ ਜੰਗਲ ਆ, ਜਿੱਥੇ ਕਿ ਵੱਡੀ ਗਿਣਤੀ 'ਚ ਜੰਗਲੀ ਜੀਵ ਜਾਨਵਰ ਰਹਿੰਦੇ ਆ। ਜਿਹੜਾ ਜੰਗਲੀ ਜੀਵਨ ਆ ਉਹ ਵਾਧਾ ਫੁੱਲਦਾ ਆ। ਤੇ ਦੂਜੇ ਪਾਸੇ ਸਤਲੁਜ ਦਰਿਆ, ਜੇ ਸਤਲੁਜ ਦਰਿਆ ਨੂੰ ਪੰਜਾਬ ਸਰਕਾਰ ਪਹਿਲਾਂ ਹੀ ਇੰਨਾ ਪਲੀਤ ਕਰ ਚੁੱਕੀ ਆ ਕਿ ਬੁੱਢਾ ਦਰਿਆ ਹੁੰਦਾ ਸੀ। ਜੇ ਕਿਸੇ ਸਮੇਂ ਲੁਧਿਆਣੇ ਜ਼ਿਲ੍ਹੇ ਦੇ ਇਹ ਪਿੰਡਾਂ ਦੇ ਲੋਕ ਬੁੱਢੇ ਦਰਿਆ 'ਚੋਂ, ਬਜ਼ੁਰਗ ਦੱਸਦੇ ਆ ਕਿ ਉਹ ਪਾਣੀ ਪੀਂਦੇ ਸੀ। ਤੇ ਅੱਜ ਹਾਲਾਤ ਇਹ ਨੇ ਕਿ ਪੰਜਾਬ ਸਰਕਾਰ ਦੀ ਉਹ ਜਿਹਨੂੰ ਆਪਾਂ ਕਹਿੰਦੇ ਆ ਇੰਡਸਟਰੀਅਲ ਪਾਲਿਸੀ ਆ ਜਿਹੜੀ, ਉਹ ਇੰਨੀ ਮਾੜੀ ਆ ਕਿ ਉਹਨਾਂ ਨੇ ਬੁੱਢੇ ਦਰਿਆ ਨੂੰ ਬੁੱਢੇ ਨਾਲੇ 'ਚ ਕਨਵਰਟ ਕਰਤਾ ਆ। ਤੇ ਹੁਣ ਇਹ ਸਤਲੁਜ ਦਰਿਆ ਜੋ ਪੰਜਾਬ ਦਾ ਇੱਕ ਬਚਿਆ ਹੋਇਆ ਦਰਿਆ ਆ, ਉਸ ਦਰਿਆ ਨੂੰ ਪਲੀਤ ਕਰਨ ਲਈ ਉਹਦੇ ਕੰਢਿਆਂ ਤੇ ਇੰਡਸਟਰੀ ਲਾਈ ਜਾ ਰਹੀ ਆ। ਦੂਜੇ ਪਾਸੇ ਇਹ ਵੀ ਮਸਲਾ ਸਾਹਮਣੇ ਆ ਰਿਹਾ ਕਿ ਜਿਹੜੀ ਇਹ ਜ਼ਮੀਨ ਐਕਵਾਇਰ ਹੋ ਰਹੀ ਆ, ਇਹ ਜ਼ਮੀਨ ਗਲਾਡਾ ਐਕਵਾਇਰ ਕਰ ਰਹੀ ਆ। ਗਲਾਡਾ ਜਿਹੜੀ ਕਿ ਸ਼ਹਿਰਾਂ ਨੂੰ ਡਿਵੈਲਪ ਕਰਨ ਦੀ, ਖਾਸ ਕਰਕੇ ਲੁਧਿਆਣੇ ਦੀ ਡਿਵੈਲਪਮੈਂਟ ਦਾ ਜਿਹੜਾ ਕਾਰਜ ਆ ਉਹ ਕਰਦੀ ਆ। ਤੇ ਗਲਾਡਾ ਜਦੋਂ ਜ਼ਮੀਨ ਨੂੰ ਐਕਵਾਇਰ ਕਰ ਰਹੀ ਆ ਤਾਂ ਇਹ ਲੋਕਾਂ ਦੀ ਸਮਝ ਤੋਂ ਬਾਹਰ ਦੀ ਗੱਲ ਨਹੀਂ ਰਹੀ ਕਿ ਇਹ ਜ਼ਮੀਨ ਕਿਸੇ ਇੰਡਸਟਰੀ ਲਈ ਨਹੀਂ, ਇਹ ਜ਼ਮੀਨ ਭੂਮੀ ਮਾਫੀਆ ਜਿਹੜਾ ਲੈਂਡ ਮਾਫੀਆ ਆ, ਉਹਦੇ ਲਈ ਐਕਵਾਇਰ ਕੀਤੀ ਜਾ ਰਹੀ ਆ। ਜਿਵੇਂ ਮੈਂ ਤੁਹਾਡੀ ਪੰਚਾਇਤੀ ਜ਼ਮੀਨ ਦਾ ਕਿੰਨਾ ਮੁੱਲ ਲਾਇਆ ਗਿਆ, ਪੰਚਾਇਤ ਨੂੰ ਕਿੰਨਾ ਮੁੱਲ ਦਿੱਤਾ ਗਿਆ? ਪੰਚਾਇਤ ਨੂੰ 18.5 ਲੱਖ ਰੁਪਇਆ ਦਿੱਤਾ ਗਿਆ ਜੀ, 1 ਕਿੱਲੇ ਦਾ। 1 ਕਿੱਲੇ ਦਾ ਜੀ। ਤੇ ਅੱਗੇ ਵੇਚਿਆ ਤੁਹਾਨੂੰ ਕੀ ਰਿਪੋਰਟਾਂ ਮਿਲ ਰਹੀਆਂ ਨੇ ਕਿ ਕਿੰਨੇ ਦਾ? ਰਿਪੋਰਟਾਂ ਮਿਲੀਆਂ ਜੀ, ਇਹ 1 ਕਰੋੜ 90 ਲੱਖ ਰੁਪਇਆ ਇਹਨਾਂ ਨੇ ਰੇਟ ਰੱਖਿਆ 1 ਕਿੱਲੇ ਦਾ। ਤੇ ਇਹ ਮੈਂ ਇਹਨਾਂ ਤੋਂ ਇਸ ਕਰਕੇ ਕਹਾਇਆ, ਜਾਣਕਾਰੀ ਮੈਨੂੰ ਵੀ ਸੀ, ਪਰ ਇਹ ਤੁਸੀਂ ਦੇਖ ਸਕਦੇ ਹੋ ਕਿ 20 ਲੱਖ 'ਚ 1 ਕਿੱਲਾ ਲੈ ਕੇ ਤੇ 1 ਕਰੋੜ 90 ਲੱਖ, ਇਹ ਘੱਟੋ ਘੱਟ ਹੋਣੀ ਆ, ਇਹ ਤੋਂ ਵੱਧ ਵੀ ਹੋ ਸਕਦਾ ਕਿ ਉਹਨੇ ਵਿੱਚ ਇਹ ਜ਼ਮੀਨ ਜਿਹੜੀ ਆ ਵੇਚੀ ਜਾ ਰਹੀ ਹੈ। ਜ਼ਮੀਨ ਪੰਜਾਬ ਦੇ ਲੋਕਾਂ ਦੀ, ਜ਼ਮੀਨ ਗਰੀਬ ਲੋਕਾਂ ਦੀ, ਗਰੀਬ ਲੋਕਾਂ ਨੂੰ ਜ਼ਮੀਨ ਤੋਂ ਬੇਆਬਾਦ ਕੀਤਾ ਜਾ ਰਿਹਾ ਹੈ। ਤੇ ਭੂਮੀ ਮਾਫੀਆ ਜਿਹਦੇ ਵਿੱਚ ਪੋਲੀਟੀਕਲ ਲੀਡਰਸ, ਉਹਨਾਂ ਲੀਡਰਸ ਦੇ ਚਮਚੇ ਜਿਹੜੇ ਸਾਰੇ ਮਿਲੇ ਹੋਏ ਨੇ, ਜਿਹੜੇ ਕਿ ਸਾਰੀਆਂ ਪਾਰਟੀਆਂ 'ਚ ਨੇ,
ਇਸੇ ਕਰਕੇ ਸ਼ਾਇਦ ਕੋਈ ਵੀ ਪਾਰਟੀ ਇਸ ਮਸਲੇ ਨੂੰ ਨਹੀਂ ਚੁੱਕ ਰਹੀ ਆ, ਕਿਉਂਕਿ ਲੁਧਿਆਣਾ ਇੱਕ ਬੜਾ ਇੰਡਸਟਰੀਅਲ ਹੱਬ ਆ। ਜਿਹੜੇ ਵੱਡੇ ਧਨਾੜ ਲੋਕ ਨੇ ਉਹਨਾਂ ਦਾ ਪੈਸਾ ਸਾਰੀਆਂ ਪਾਰਟੀਆਂ 'ਚ ਲੱਗਿਆ ਹੋਇਆ, ਤੇ ਕੋਈ ਵੀ ਪਾਰਟੀ ਸੀਰੀਅਸਲੀ ਇਹਨਾਂ ਲੋਕਾਂ ਦੀ ਇਸ ਪੀੜਾ ਨੂੰ, ਇਸ ਦਰਦ ਨੂੰ ਨਹੀਂ ਚੁੱਕ ਰਹੀ, ਜਦ ਕਿ ਪੰਜਾਬ 'ਚ ਚੋਣਾਂ ਸਾਹਮਣੇ ਨੇ। ਤੇ ਦੂਜੇ ਪਾਸੇ ਪੰਜਾਬ 'ਚ ਵੱਡਾ ਨਾਰਾ ਦਿੱਤਾ ਜਾ ਰਿਹਾ ਹੈ ਕਿ ਪੰਜਾਬ 'ਚ ਦਲਿਤ ਸੀਐਮ ਬਣਾਇਆ ਜਾਵੇਗਾ, ਜਿਹਦੇ ਲਈ ਕਿ ਬੜੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਪਰ ਇੱਥੇ ਸਾਰਾ ਇੱਕ ਦਲਿਤਾਂ ਦਾ ਪਰਿਵਾਰ, ਜਿੱਥੇ ਪਹਿਲਾਂ ਹੀ ਇਹ ਲੜਾਈ ਲੜੀ ਜਾ ਰਹੀ ਆ ਕਿ ਪੰਜਾਬ ਦੇ ਦਲਿਤ ਕੋਲ ਜਿਹੜਾ ਡਿਗਨਿਟੀ ਲਈ ਜ਼ਰੂਰੀ ਆ, ਆਪਣੇ ਕੋਲ ਜ਼ਮੀਨ ਨਹੀਂ ਆ, ਉਹਦੇ ਕੋਲ ਜ਼ਮੀਨ ਦੀ ਮਾਲਕੀ ਨਹੀਂ ਆ। ਪਰ ਜਿੱਥੇ ਦਲਿਤ ਕੋਲ ਜ਼ਮੀਨ ਦੀ ਮਾਲਕੀ ਸੀ, ਤੇ ਜਦੋਂ ਉਸ ਤੋਂ ਜ਼ਮੀਨ ਦੀ ਮਾਲਕੀ ਖੋਈ ਜਾ ਰਹੀ ਆ, ਤਾਂ ਨਾ ਕੋਈ ਦਲਿਤਾਂ ਦੇ ਨਾਂ ਤੇ ਸਿਆਸਤ ਕਰਨ ਵਾਲਾ, ਨਾ ਕੋਈ ਦਲਿਤਾਂ ਨੂੰ ਸੀਐਮ ਬਣਾਉਣ ਦੀ ਗੱਲ ਕਰਨ ਵਾਲਾ, ਕੋਈ ਵੀ ਲੀਡਰ, ਕੋਈ ਵੀ ਪਾਰਟੀ ਇਸ ਪਿੰਡ ਦੀ ਸਾਰ ਲੈਣ ਲਈ ਨਹੀਂ ਬੋਲ ਰਿਹਾ। ਤਾਂ ਕੀ ਸਮਝ ਲੱਗਦਾ ਆ? ਤਾਂ ਇਹੀ ਗੱਲ ਸਮਝ ਲੱਗ ਰਹੀ ਆ ਕਿ ਜਿਹੜੀ ਇਹ ਕਪੜੇਬਾਜ਼ੀ ਆ, ਜਿਹੜੇ ਮਾਫੀਆਸ ਚੱਲ ਰਹੇ ਨੇ, ਇਹ ਭਾਵੇਂ ਸਰਕਾਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਹੀ ਹੋਵੇ ਜਾਂ ਅੱਜ ਕਾਂਗਰਸ ਦੀ ਸਰਕਾਰ ਹੋਵੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ, ਹਰ ਇੱਕ ਸਰਕਾਰ ਦੇ ਵਿੱਚ ਰਾਜ ਲੋਕਾਂ ਦਾ ਨਹੀਂ, ਰਾਜ ਮਾਫੀਆ ਦਾ ਚੱਲ ਰਿਹਾ ਹੈ। ਤੇ ਹੁਣ ਅੱਗੇ ਕੀ ਸੋਚਦੇ ਹੋ? ਇਹ ਤੁਹਾਡੀ ਜ਼ਮੀਨ ਉਹ ਕਬਜ਼ਾ ਕਰ ਗਏ ਆ, ਤੁਹਾਡੀਆਂ ਕਿੰਨਾ ਕੁ ਨੁਕਸਾਨ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡੀਆਂ ਫਸਲਾਂ ਦਾ ਜਿਹੜਾ ਆ ਇਹ ਸਾਰੇ ਕਾਰਵਾਈ ਦੇ ਵਿੱਚ ਹੋਇਆ, ਕਿੰਨਾ ਕੁ ਚਾਰਾ ਤੁਹਾਡਾ ਬਰਬਾਦ ਹੋਇਆ, ਕਿੰਨੀ ਕੁ ਪਨੀਰੀ ਤੁਹਾਡੀ ਜਿਹੜੀ ਆ ਬਰਬਾਦ ਹੋਈ ਆ? ਇਹ ਜੀ ਸਾਡਾ 45 ਤੋਂ 50 ਕਿੱਲੇ ਸਾਡਾ ਬਾਜਰਾ ਪਸ਼ੂਆਂ ਦਾ ਚਾਰਾ ਬਰਬਾਦ ਕੀਤਾ। ਬਾਕੀ ਜਿਹੜੀ ਇਹ 416 ਕਿੱਲੇ ਜ਼ਮੀਨ, 416 ਕਿੱਲੇ ਚੱਲਦੀ ਜ਼ਮੀਨ ਆ, ਉਪਜਾਊ ਜ਼ਮੀਨ ਆ। ਹਰ ਬੰਦੇ ਨੇ ਅਸੀਂ ਆਪਣੇ 5-5 ਕਿੱਲਿਆਂ ਦੇ ਵਾਸਤੇ ਪਨੀਰੀ ਬੀਜੀ ਸੀ। 5-5 7-7 ਬੰਦਿਆਂ ਨੇ ਇੱਕ ਜਗ੍ਹਾ ਤੇ, ਜਿਵੇਂ ਕਨਾਲ ਬਾਤੀ ਕਿਤੇ ਜਿਵੇਂ ਪਰਿਵਾਰ ਇੱਕ ਅਸੀਂ ਸਾਡਾ ਇੱਕ ਪਹਿਲੋਂ ਇੱਕ ਪਰਿਵਾਰ ਸੀ, ਅੱਜ ਅਸੀਂ 7-7 8-8 ਪਰਿਵਾਰ ਬਣ ਗਏ ਆ ਉਹਦੇ। ਅਸੀਂ ਸਾਰਿਆਂ ਨੇ ਇੱਕ ਜਗ੍ਹਾ ਤੇ ਆਪਣੀ 2-2 ਕਨਾਲਾਂ ਜ਼ਮੀਨ ਦੇ ਵਿੱਚ ਅਸੀਂ ਪਨੀਰੀਆਂ ਬੀਜੀਆਂ ਸੀ ਇਕੱਠੀ ਰਾਖੀ ਕਰਕੇ, ਵੀ ਜੰਗਲ ਦਾ ਏਰੀਆ ਆ, ਪਸ਼ੂ ਦਾ ਉਜਾੜਾ ਜ਼ਿਆਦਾ ਆ। ਇਸ ਕਰਕੇ ਇਹਨਾਂ ਨੇ ਪਨੀਰੀ ਵੀ ਸਾਡੀ 400 ਕਿੱਲੇ ਦੀ ਪਨੀਰੀ ਵੀ ਵਾਹ ਦਿੱਤੀ ਆ। ਅਸੀਂ ਜ਼ਮੀਨਾਂ ਦੇਖੋ ਤੁਸੀਂ ਪਹਿਲਾਂ ਤਿਆਰ ਕੀਤੀਆਂ ਪਈਆਂ ਆ, ਜ਼ਮੀਨਾਂ ਝੋਨਾ ਲਾਉਣ ਵਾਸਤੇ ਤਿਆਰ ਕੀਤੀਆਂ ਪਈਆਂ ਸਾਡੀਆਂ, ਤੇ ਇਹ ਜ਼ਮੀਨਾਂ ਵਿੱਚ ਝੋਨਾ ਲਾਉਣਾ ਸੀ, ਉਹ ਪਨੀਰੀ ਸਾਡੀ ਬਰਬਾਦ ਕਰ ਗਏ ਆ, ਤੇ ਸਾਡਾ ਰੋਜੀ ਰੋਟੀ ਵੀ ਬਰਬਾਦ ਕਰ ਗਿਆ ਏ। ਇਹ ਕਿੰਨਾ ਵੱਡਾ ਨੁਕਸਾਨ ਆ। ਖੜੀਆਂ ਫਸਲਾਂ ਵਾਹ ਗਏ ਆ, ਜ਼ਮੀਨਾਂ ਤਿਆਰ ਕੀਤੀਆਂ ਹੋਈਆਂ ਸੀ, ਜ਼ਮੀਨ ਤਿਆਰ ਕਰਨ ਨੂੰ ਕਿੰਨਾ ਖਰਚਾ ਆਉਂਦਾ ਆ, ਤੇ ਗਰੀਬ ਕਿਸਾਨ ਜਿਹੜਾ ਉਹ ਫਾਹੇ ਨਾ ਲਵੇ ਤਾਂ ਕੀ ਕਰੇ? ਸਰਕਾਰ ਦੀਆਂ ਪਾਲਿਸੀਆਂ, ਕੈਪਟਨ ਅਮਰਿੰਦਰ ਸਿੰਘ ਮਾਫੀਆ ਦੇ ਖਿਲਾਫ ਬੋਲ ਕੇ ਸਰਕਾਰ 'ਚ ਆਏ, ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕਰਕੇ ਸਰਕਾਰ 'ਚ ਆਏ, ਨਸ਼ੇ ਦੀ ਤਾਂ ਗੱਲ ਹੀ ਛੱਡੋ। ਕੈਪਟਨ ਅਮਰਿੰਦਰ ਸਿੰਘ ਦੀ ਇੱਕੋ ਪ੍ਰਾਪਤੀ ਜੋ ਕੈਪਟਨ ਅਮਰਿੰਦਰ ਸਿੰਘ ਗਣਾ ਰਹੇ ਆ ਕਿ ਮੈਂ ਪੰਜਾਬ ਦੇ ਕਿੰਨੇ ਮੁੰਡੇ ਮਾਰਤੇ ਆ। ਜੈਪਾਲ ਭੁੱਲਰ ਦਾ ਕੇਸ ਸੁਪਰੀਮ ਕੋਰਟ ਤੋਂ ਹਾਈ ਕੋਰਟ 'ਚ ਦੁਬਾਰਾ ਆਉਂਦਾ ਆ ਪੋਸਟਮਾਰਟਮ ਕਰਨ ਦੀ ਗੱਲ ਕਰਕੇ, ਪਰ ਕੀ ਪ੍ਰਾਪਤੀ ਆ ਸਰਕਾਰ ਦੀ? ਕੀ ਸਰਕਾਰ ਦੇ ਲਈ ਇਹ ਲੋਕ ਪੰਜਾਬ ਦੇ ਲੋਕ ਨਹੀਂ? ਕੀ ਇਹ ਲੋਕ ਕੀੜੇ ਮਕੌੜੇ ਨੇ? ਅੱਜ ਇਹ ਸਰਕਾਰ ਨੂੰ ਵੱਡਾ ਸਵਾਲ ਆ। ਸਰਕਾਰ ਦੇ ਲਈ ਕੀ ਲੋਕ ਸਿਰਫ ਇੱਥੋਂ ਦਾ ਸਰਮਾਏਦਾਰ ਰਹਿ ਗਿਆ ਆ? ਤੇ ਸਵਾਲ ਕਿਸਾਨ ਜਥੇਬੰਦੀਆਂ ਨੂੰ ਵੀ ਆ ਕਿ ਜਿਹੜੀ ਲੜਾਈ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਹੱਦਾਂ ਤੇ ਲੜ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਜਦੋਂ ਹਜੇ ਉਹ ਕਾਨੂੰਨ ਲਾਗੂ ਵੀ ਨਹੀਂ ਹੋਏ, ਉਹਨਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਿਨਾਂ ਹੀ ਇੱਕ ਪੂਰੇ ਪਿੰਡ ਦੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਇੱਕ ਕਿਸਾਨ ਦੀ ਜ਼ਮੀਨ ਤੇ ਨਹੀਂ, ਇੱਕ ਪੂਰੇ ਪਿੰਡ ਦੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ। ਤਾਂ ਕਿਸਾਨ ਜਥੇਬੰਦੀਆਂ ਦੀ ਚੁੱਪੀ ਤੇ ਵੀ ਸਵਾਲ ਖੜੇ ਹੋਣਗੇ। ਦੇਖਦੇ ਹਾਂ ਕਿ ਕਦੋਂ ਕਿਸਾਨ ਜਥੇਬੰਦੀਆਂ ਦੀ ਜਾਗ ਖੁੱਲਦੀ ਆ, ਦੇਖਦੇ ਹਾਂ ਕਿ ਕਦੋਂ ਪੰਜਾਬ ਦੀ ਕਿਸੇ ਸਿਆਸੀ ਜਮਾਤ ਦੀ ਜਾਗ ਖੁੱਲਦੀ ਆ, ਕਦੋਂ ਪੰਜਾਬ ਦੀ ਕੋਈ ਸਿਆਸੀ ਜਮਾਤ ਇਹਨਾਂ ਵੱਡੇ ਸਰਮਾਏਦਾਰਾਂ ਦੇ ਇੰਟਰਸਟ ਤੋਂ ਉੱਪਰ ਉੱਠ ਕੇ ਲੋਕਾਂ ਦੇ ਹਿੱਤਾਂ ਬਾਰੇ ਸੋਚੇਗੀ ਜਾਂ ਲੋਕਾਂ ਦੇ ਹਿੱਤਾਂ ਬਾਰੇ ਬੋਲੇਗੀ। ਇਹ ਸਵਾਲ ਉਹਨਾਂ ਪਾਰਟੀਆਂ ਨੂੰ ਵੀ ਆ ਜਿਹੜੀਆਂ ਪਾਰਟੀਆਂ ਆਪਣੇ ਆਪ ਨੂੰ ਦਲਿਤ ਹਤੈਸ਼ੀ ਹੋਣ ਦਾ ਦਾਅਵਾ ਕਰਦੀਆਂ ਨੇ। ਕਿ ਇਹ ਲੋਕ, ਕਿ ਇਹ ਕਿਸਾਨ, ਕਿ ਇਹ ਉਹਨਾਂ ਦੀ ਗਿਣਤੀ 'ਚ ਨਹੀਂ ਆਉਂਦੇ? ਤਾਂ ਇਹ ਸਵਾਲ ਬੜੇ ਲੋਕਾਂ ਨੂੰ ਆ। ਅੱਜ ਇਹ ਸਵਾਲ ਇਹ ਸੇਖੋਵਾਲ ਪਿੰਡ ਪੁੱਛ ਰਿਹਾ। ਨਾਲ ਹੀ ਸਵਾਲ ਆ ਉਹਨਾਂ ਐਨਵਾਇਰਮੈਂਟਲਿਸਟਸ ਨੂੰ ਜਿਹੜੇ ਕਿ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰਦੇ ਨੇ, ਨਵੇਂ ਜੰਗਲ ਲਾਉਣ ਦੀ ਗੱਲ ਕਰਦੇ ਨੇ, ਨਵੇਂ ਰੁੱਖ ਲਾਉਣ ਦੀ ਗੱਲ ਕਰਦੇ ਨੇ, ਪਰ ਜਿਹੜੇ ਸਦੀਆਂ ਤੋਂ ਰੁੱਖ ਖੜੇ ਆ, ਜਿਹੜੀ ਰੱਖ ਸਦੀਆਂ ਤੋਂ ਖੜੀ ਆ, ਜਿਹਦੇ ਵਿੱਚ ਅਨੇਕਾਂ ਹੀ ਜੰਗਲੀ ਜੀਵਾਂ ਦਾ ਜੋ ਘਰ ਆ, ਕੀ ਉਹਨਾਂ ਦੀ ਵੀ ਕੋਈ ਆਵਾਜ਼ ਚੁੱਕੇਗਾ?
ਕਿ ਪੰਜਾਬ ਦੇ ਪਾਣੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹਰ ਇੱਕ ਬੰਦਾ ਕਹਿੰਦਾ ਮੈਂ ਪੰਜਾਬ ਦੇ ਪਾਣੀਆਂ ਦਾ ਰਾਖਾ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੈਂ ਪੰਜਾਬ ਦੇ ਪਾਣੀਆਂ ਦਾ ਰਾਖਾ। ਬਾਦਲ ਕਹਿੰਦਾ ਮੈਂ ਪੰਜਾਬ ਦੇ ਪਾਣੀਆਂ ਦਾ ਰਾਖਾ। ਤੇ ਅੱਜ ਜਿਹੜਾ ਪੰਜਾਬ ਦਾ ਪਾਣੀ ਸਤਲੁਜ ਦਰਿਆ ਪਲੀਤ ਕੀਤਾ ਜਾ ਰਿਹਾ, ਸਤਲੁਜ ਦਰਿਆ ਦੇ ਕੰਢੇ ਤੇ ਜ਼ਹਿਰੀਲੀ ਇੰਡਸਟਰੀ ਲਾਉਣ ਦੀ ਗੱਲ ਕੀਤੀ ਜਾ ਰਹੀ ਆ, ਤਾਂ ਉੱਥੇ ਕੌਣ ਬੋਲੇਗਾ? ਇਸ ਪਾਣੀ ਦਾ ਰਾਖਾ ਕੌਣ ਬਣੇਗਾ? ਇਹ ਬਹੁਤ ਸਵਾਲ ਨੇ ਜੋ ਅੱਜ ਪੰਜਾਬ ਕਰ ਰਿਹਾ, ਪੰਜਾਬ ਦੇ ਲੋਕ ਕਰ ਰਹੇ ਨੇ, ਸੇਖੋਵਾਲ ਪਿੰਡ ਕਰ ਰਿਹਾ, ਸੇਖੋਵਾਲ ਪਿੰਡ ਦੇ ਲੋਕ ਕਰ ਰਹੇ ਨੇ। ਪਰ ਇਹ ਸਵਾਲ ਤਾਂ ਇਹਨਾਂ ਲੀਡਰਾਂ ਦੇ ਜਾਂ ਇਹਨਾਂ ਲੋਕਾਂ ਦੇ ਕੰਨਾਂ ਤੱਕ ਪਹੁੰਚਣਗੇ ਜੇ ਤੁਸੀਂ ਇਹਨਾਂ ਲੋਕਾਂ ਦੀ ਆਵਾਜ਼ ਬਣੋਗੇ, ਜੇ ਤੁਸੀਂ ਇਸ ਆਵਾਜ਼ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਪਣੇ ਹੋਰ ਪਲੇਟਫਾਰਮਸ ਤੇ ਵੱਧ ਤੋਂ ਵੱਧ ਚੁੱਕੋਗੇ। ਤੇ ਇਸ ਪਿੰਡ ਵਿੱਚ ਆਓ, ਇਸ ਪਿੰਡ ਦਾ ਦੌਰਾ ਕਰੋ, ਇਹਨਾਂ ਲੋਕਾਂ ਦੇ ਘਰ ਦੇਖੋ। ਇਸ ਪਿੰਡ ਦੇ ਵਿੱਚ ਅਸੀਂ ਤੁਹਾਨੂੰ ਇਹ ਸ਼ੋਰਟਸ ਦਿਖਾਉਣੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਲੀ ਦੇ ਵਿੱਚ ਇੰਨੀਆਂ ਸਟਰੀਟ ਲਾਈਟਸ ਕਿਸੇ ਵੱਡੇ ਸ਼ਹਿਰ 'ਚ ਨਹੀਂ ਲੱਗੀਆਂ ਹੁੰਦੀਆਂ, ਜਿਹੜੀਆਂ ਕਿ ਪਿਛਲੇ ਮੈਨੂੰ ਲੱਗਦਾ ਕੁਝ ਥੋੜ੍ਹੇ ਦਿਨਾਂ ਦੇ ਵਿੱਚ ਇਸ ਪਿੰਡ ਦੀ ਇੱਕ ਗਲੀ 'ਚ ਲਾਤੀਆਂ ਗਈਆਂ। ਕੀ ਦਿਖਾਉਣ ਲਈ? ਕਿ 5-6 ਮਹੀਨਿਆਂ 'ਚ ਇਹ ਦਿਖਾਉਣ ਲਈ ਕਿ ਅਸੀਂ ਤੁਹਾਡੇ ਪਿੰਡ ਦਾ ਵਿਕਾਸ ਕਰ ਰਹੇ ਹਾਂ। ਕੀ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ? ਕੀ ਸਰਕਾਰ ਲੋਕਾਂ ਨੂੰ ਬੇਵਕੂਫ ਸਮਝਦੀ ਆ ਕਿ ਉਹ 10 ਸਟਰੀਟ ਲਾਈਟਾਂ ਦੇ ਪਿੱਛੇ ਲੋਕ ਆਪਣੀਆਂ ਜ਼ਮੀਨਾਂ ਤੇ ਆਪਣੀਆਂ ਜ਼ਮੀਰਾਂ ਸਰਕਾਰ ਅੱਗੇ ਵੇਚਣ ਲਈ ਤਿਆਰ ਹੋ ਜਾਣਗੇ? ਕਿ ਇਹੋ ਜਿਹੀ ਪੰਜਾਬ ਦੀ ਸਿਆਸਤ ਆ? ਕਿ ਇਹੋ ਜਿਹੇ ਪੰਜਾਬ ਦੀ ਅਫਸਰਸ਼ਾਹੀ ਆ? ਇੱਕ ਵੱਡਾ ਸਵਾਲ ਆ। ਜੇ ਪੰਜਾਬ ਦੀ ਅਫਸਰਸ਼ਾਹੀ ਇਹੋ ਜਿਹੀ ਆ ਜਾਂ ਪੰਜਾਬ ਦੀ ਸਿਆਸਤ ਇਹੋ ਜਿਹੀ ਆ ਤਾਂ ਪੰਜਾਬ ਦਾ ਬਚਣਾ ਸੰਭਵ ਨਹੀਂ। ਭਾਵੇਂ ਜਿੰਨੇ ਮਰਜ਼ੀ ਮੋਰਚੇ ਲਾਈਏ, ਜਿੰਨੇ ਮਰਜ਼ੀ ਸੰਘਰਸ਼ ਲੜੀਏ, ਤਾਂ ਲੋਕਾਂ ਦੇ ਖੜੇ ਹੋਣ ਦੀ, ਲੋਕਾਂ ਨੂੰ ਲੋੜ ਆ ਆਵਾਜ਼ ਚੁੱਕਣ ਦੀ। ਅਸੀਂ ਅੱਜ ਇਹਨਾਂ ਲੋਕਾਂ ਦਾ ਦਰਦ ਤੁਹਾਡੇ ਨਾਲ ਸਾਂਝਾ ਕੀਤਾ ਤੇ ਅੱਗੇ ਵੀ ਜੋ ਵੀ ਇਸ ਕੇਸ ਦੇ ਵਿੱਚ ਕੋਈ ਕਾਰਵਾਈ ਹੁੰਦੀ ਆ ਜਾਂ ਪੈਰਵਾਈ ਹੁੰਦੀ ਆ, ਉਹ ਅਸੀਂ ਲੈ ਕੇ ਤੁਹਾਡੇ ਅੱਗੇ ਪੇਸ਼ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।